महल कलां थाणा पैंदा जी बरनाले दे विच एक FIR होई सीगी उत्थे ਜਿਹਦੇ ਵਿੱਚ 9 ਕੁਆਂਟਲ ਦੇ ਕਰੀਬ ਨਸ਼ੇ ਦਾ ਰੌਲਾ ਸੀ। ਉਹ ਫੜਿਆ ਗਿਆ ਸੀ, ਨਸ਼ਾ ਫੜਿਆ ਗਿਆ ਸੀ। ਹੁਣ ਉਹਦੀ ਜਦੋਂ ਅੱਗੇ ਜਾਂਚ ਹੋਈ ਤਾਂ ਉਸ ਜਾਂਚ ਦੇ ਵਿੱਚ ਫਿਰ ਬਾਬਾ ਅਮਨ ਸਿੰਘ ਦਾ ਨਾਮ ਵੀ ਆਉਂਦਾ। ਅਮਨ ਨਿਹੰਗਿਆ ਇਹ ਉੱਥੋਂ ਉਸ ਕੇਸ ਦੇ ਵਿੱਚੋਂ ਬਰੀ ਹੋ ਕੇ ਆਇਆ ਜਿਹਦੇ ਵਿੱਚ 4 ਬੰਦੇ ਕਤਲ ਹੋਏ ਸੀ। ਇਹਨਾਂ ਦੀ ਆਪਸ ਵਿੱਚ 2 ਗੁੱਟਾਂ ਦੀ ਲੜਾਈ ਹੋਈ ਸੀਗੀ। ਸੋ ਸਾਰੀਆਂ ਜਦੋਂ ਤਾਰਾਂ ਜੁੜਦੀਆਂ ਕੋਈ ਸ਼ੱਕ ਨਹੀਂ, ਜੇ ਆਪਾਂ ਅੱਖਾਂ ਖੋਲ ਕੇ ਕਿਸੇ ਧੜੇਬੰਦੀ ਤੋਂ ਪਰੇ ਹੋ ਕੇ ਚੰਗੀ ਤਰ੍ਹਾਂ ਇਸ ਮਤਲਬ ਘਟਨਾ ਦੀ ਜਾਂਚ ਪੜਤਾਲ ਕਰਦੇ ਆ ਨਾ, ਤੇ ਇੱਥੇ ਬਹੁਤ ਤਰ੍ਹਾਂ ਦੇ ਜਿਹੜੇ ਸ਼ੰਕੇ ਆ ਉਹ ਸਾਹਮਣੇ ਆਉਂਦੇ। ਮਤਲਬ ਖੇਤੀਬਾੜੀ ਮੰਤਰੀ ਨੂੰ ਮਿਲਣ ਜਾਣਾ, ਪਹਿਲਾਂ ਤਾਂ ਇੱਥੇ 33 ਕੈਟ ਦੀ ਗੱਲ ਦੇਖ ਲਓ ਵੀ ਮੈਂ ਆਪਣੇ ਜਿਹੜੇ ਮੈਡਲ ਸੀ ਉਹਨਾਂ ਦੇ ਵਾਪਸ ਚੱਲਿਆ ਸੀ। ਹੁਣ ਮੈਡਲਾਂ ਦਾ ਖੇਤੀਬਾੜੀ ਮੰਤਰੀ ਦੇ ਨਾਲ ਕੀ ਤਾਲੁਕਾਤ ਹੈ? ਇਹ ਕੋਈ ਗੱਲ ਹੀ ਨਹੀਂ ਬਣਦੀ ਵੀ ਉਹ ਬੰਦਾ ਉੱਥੇ ਆ ਕੇ ਬੇਅਦਬੀ ਕਰ ਜੂਗਾ। ਬ੍ਰਦਰ, ਜੇ ਉਹਨੇ ਬੇਅਦਬੀ ਕਰਨੀ ਹੋਵੇ ਨਾ, ਉਹ ਪਿੰਡ ਦੀ ਕਿਸੇ ਸੁੰਨਸਾਨ ਜਗ੍ਹਾ ਦੇ ਉੱਤੇ ਜਿੱਥੇ ਬਹੁਤ ਘੱਟ ਸਿਕਿਉਰਿਟੀ ਹੋਵੇ ਉੱਥੇ ਜਾ ਕੇ ਬੇਅਦਬੀ ਕਰੂਗਾ, ਜੇ ਕਿਤੇ ਉਹਦਾ ਕਰਨ ਦਾ ਮਨ ਵੀ ਕੀਤਾ। ਨਾ ਕਿ ਉਸ ਛਾਉਣੀ ਦੇ ਵਿੱਚ ਜਾ ਕੇ ਜਿੱਥੇ ਸਾਰੇ ਬੰਦੇ ਸ਼ਸਤਰਧਾਰੀ ਆ, ਪੁਲਿਸ ਵੀ ਆ, ਨਿਹੰਗ ਵੀ ਆ, ਉੱਥੇ ਜਿਹੜੇ ਬੈਠੇ ਸਾਰੇ ਬੰਦੇ ਯੋਧੇ ਤੇ ਸੂਰਮੇ ਬੈਠੇ ਆ, ਉੱਥੇ ਜਾ ਕੇ ਕੋਈ ਬੰਦਾ ਵੀ ਹਿੰਮਤ ਨਹੀਂ ਕਰ ਸਕਦਾ ਬੇਅਦਬੀ ਕਰਨ ਦੀ। ਜਿਨ੍ਹਾਂ ਨੇ ਸਿਰਫ ਤੇ ਸਿਰਫ ਮੋਰਚੇ ਨੂੰ ਭੰਡਣਾ ਹੀ ਆ, ਉਹਨਾਂ ਦਾ ਕੀ ਆ? ਜਦੋਂ ਖਬਰ ਆਈ ਉਹਦੇ ਹੀ ਹਾਈ ਕਾਮਰੇਡਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਹਾਈ ਕਿਸਾਨ ਲੀਡਰ ਖਾ ਗਏ। ਹੁਣ ਦੇਖਦੇ ਆ ਕਿਸਾਨ ਲੀਡਰ ਬੇਅਦਬੀ ਦੇ ਮੁੱਦੇ ਤੇ ਕੀ ਬੋਲਦੇ ਆ। ਕਿਸਾਨ ਲੀਡਰਾਂ ਨੇ ਬਹੁਤ ਸੋਝੀ ਨਾਲ ਫੈਸਲਾ ਲਿਆ, ਜਿਹੜਾ ਇਸ ਘਟਨਾ ਤੋਂ ਆਪਣੇ ਆਪ ਨੂੰ ਨਖੇੜ ਕੇ ਪਰੇ ਕੀਤਾ। ਤੁਸੀਂ ਜੁੜੇ ਹੋ ਅੱਖਰ ਦੇ ਨਾਲ। ਮੈਂ ਹਾਂ ਨਵਰੀਤ ਸਿਵੀਆ। ਬਹੁਤ ਕੁਝ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ। ਬੀਜੇਪੀ ਆਗੂਆਂ ਦੇ ਨਾਲ ਨਿਹੰਗ ਸਿੰਘ ਦੀ ਮੁਲਾਕਾਤ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਬਾਹਲੇ ਸਵਾਲ ਆ ਜਿਹੜੇ ਉਹ ਖੜੇ ਹੋ ਗਏ ਆ, ਤੇ ਇਹਨਾਂ ਸਵਾਲਾਂ ਦੇ ਜਵਾਬ ਮੈਂ ਜਾਣਨ ਦੇ ਲਈ, ਸਮਝਣ ਦੇ ਲਈ ਬਾਈ ਅਮੋਲਕ ਸਿੰਘ ਦਾ ਸਵਾਗਤ ਕਰਦਾ। ਬਾਈ ਸ਼ੁਕਰੀਆ ਸਮਾਂ ਦੇਣ ਦੇ ਲਈ। ਵੀ ਸਤਿ ਸ਼੍ਰੀ ਅਕਾਲ, ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਔਰ ਜਿਸ ਮੁੱਦੇ ਦੇ ਉੱਤੇ ਆਪਾਂ ਗੱਲ ਕਰਨ ਲੱਗੇ ਹਾਂ, ਕੋਈ ਸ਼ੱਕ ਨਹੀਂ ਬਹੁਤ ਸੰਜੀਦਾ ਮੁੱਦਾ ਆ। ਇਹਦੇ ਉੱਤੇ ਗੱਲ ਕਰਨ ਵਾਸਤੇ ਹਰ ਇੱਕ ਸਾਡਾ ਆਗੂ ਜਿਹੜਾ ਆ ਉਹ ਝਿਜਕ ਰਿਹਾ, ਕਿਉਂਕਿ ਇਹ ਗੱਲ ਸਾਡੀ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਆ। ਔਰ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਟਕਰਾਅ ਹੋਣ ਤੋਂ ਵੀ ਆਗੂ ਡਰਦੇ ਆ। ਪਰ ਇਹ ਗੱਲ ਆਪਾਂ ਨੂੰ ਜ਼ਰੂਰ ਕਰਨੀ ਪੈਣੀ ਆ, ਕਿਉਂਕਿ ਜੇ ਨਹੀਂ ਕਰਦੇ ਤਾਂ ਇਹਦਾ ਜਿਹੜਾ ਨੁਕਸਾਨ ਹੈ ਉਹ ਚੁੱਪ ਰਹਿ ਕੇ ਅਸੀਂ ਹੋਰ ਬਹੁਤ ਜ਼ਿਆਦਾ ਕਰ ਜਾਣਾ। ਦੋ ਚਾਰ ਗੱਲਾਂ ਸਿੱਧੀਆਂ ਹੀ ਪੁੱਛ ਲੈਣਾ ਤੁਹਾਡੇ ਤੋਂ, ਜੇ ਕੋਈ ਰਹਿ ਗਈ, ਪਰ ਤੁਸੀਂ ਕੰਪਲੀਟ ਕਰ ਲਓ ਪਹਿਲਾਂ ਗੱਲ। ਤਾਂ ਕੀ ਤੁਸੀਂ ਕਹਿ ਰਹੇ ਸੀ? ਕੋਈ ਨਹੀਂ, ਹਾਂਜੀ ਆਪਾਂ ਕਰਦੇ ਹਾਂ ਗੱਲ। ਕੋਈ ਤੁਸੀਂ ਇੱਕ ਤਾਂ ਸਭ ਤੋਂ ਪਹਿਲੀ ਕਿ ਫੋਟੋਆਂ ਦੇਖੋ, ਘਟਨਾ ਸਾਰਿਆਂ ਨੂੰ ਪਤਾ ਕੀ ਹੋਈ, ਫੋਟੋਆਂ ਦਾ ਵੀ ਪਤਾ। ਹੁਣ ਸਵਾਲ ਇਹ ਉੱਠ ਰਹੇ ਆ, ਪਹਿਲਾ ਸਵਾਲ ਤਾਂ ਇਹ ਉੱਠਦਾ ਕਿ ਫੋਟੋਆਂ ਕਿਸੇ ਦੇ ਨਾਲ ਖਿਚਾਉਣੀਆਂ ਕੋਈ ਗੁਨਾਹ ਗੀਆਂ? ਫੋਟੋਆਂ ਤਾਂ ਰਾਜੇਵਾਲ ਸਾਹਿਬ ਦੀਆਂ ਵੀ ਕਹਿੰਦੇ ਪਈਆਂ ਗਈਆਂ ਮੰਤਰੀਆਂ ਦੇ ਨਾਲ, ਇਹੋ ਜਿਹਾ ਤਰਕ ਆ ਰਿਹਾ। ਫੋਟੋਆਂ ਤਾਂ ਦੂਸਰੇ ਆਗੂਆਂ ਦੀਆਂ ਵੀ ਪਈਆਂ, ਕਿਸੇ ਨਾਲ ਫੋਟੋ ਖਿਚਾਉਣਾ ਕੀ ਗੁਨਾਹ ਹੈਗਾ? ਇਹ ਸਵਾਲ ਬਹੁਤ ਉੱਠ ਰਿਹਾ ਜੀ। ਨਵਰੀਤ, ਪਹਿਲਾਂ ਤਾਂ ਆਪਾਂ ਜੇ ਦੇਖੀਏ, ਇੱਕ ਲੀਡਰ ਦੀ ਫੋਟੋ ਕਿਸੇ ਲੀਡਰ ਦੇ ਨਾਲ ਖਿੱਚੀ ਜਾਣੀ, ਉਹਨਾਂ ਦੇ 20 ਕੰਮ ਇੱਕ ਦੂਜੇ ਦੇ ਪੈਂਦੇ ਆ, ਉਹ ਕਰਦੇ ਆ। ਕੋਈ DGP ਆ ਸਟੇਟ ਦਾ ਜਿਹੜਾ ਗਵਰਨਮੈਂਟ ਨੇ ਲਾਇਆ, ਜਿਹੜੇ ਗਵਰਨਮੈਂਟ ਦੇ ਕਰਨ ਵਾਲੇ ਕੰਮ ਆ, ਕਿਤੇ ਸਕੂਲ ਕਾਲਜ ਦੇ ਵਿੱਚ ਉਹ ਗਏ ਆ, ਉੱਥੇ ਜਿਹੜੇ ਮੂਹਰੇ ਹੈੱਡ ਆ ਉੱਥੇ ਦੇ, ਚਾਹੇ ਉਹ ਸਕੂਲ ਦੇ ਓਨਰ ਆ, ਚਾਹੇ ਉਹ ਗੈਸਟ ਆ, ਉਹ ਇੱਕ ਥਾਂ ਤੇ ਇਕੱਠੇ ਬਹਿ ਗਏ, ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ ਗਈਆਂ। ਦੂਸਰੇ ਪਾਸੇ ਆਪਾਂ ਦੇਖਦੇ ਹੁੰਦੇ ਆ ਕਿ ਪਿੰਡਾਂ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਕਿਤੇ ਚੋਰੀ ਹੋ ਜਾਵੇ ਨਾ, ਫਿਰ ਉਹ ਚੋਰ ਦੀ ਜਿਹੜੀ ਆ ਉਹ ਪੈੜ ਨੱਪੀ ਜਾਂਦੀ ਆ। ਜਿੰਨਾ ਚਿਰ ਕੋਈ ਬੰਦਾ ਚੋਰੀ ਨਹੀਂ ਕਰਦਾ, ਉਹਦੀ ਪੈੜ ਨਹੀਂ ਨੱਪੀ ਜਾਂਦੀ। ਉਸ ਰਾਹ ਦੇ ਵਿੱਚ ਹੀ ਹਜ਼ਾਰਾਂ ਲੋਕ ਹੋਰ ਲੰਘ ਕੇ ਗਏ ਹੁੰਦੇ ਆ, ਪਰ ਪੈੜੂਆ ਸਿਰਫ ਉਹਦੀ ਪੈੜ ਕੱਢਦਾ ਜਾਂਦਾ ਵੀ ਇਹ ਚੋਰ ਆਇਆ ਕਿੱਧਰ ਦੀ ਆ। ਫਿਰ ਉਹਦੇ ਉਹ ਟਿਕਾਣੇ ਦੇਖੇ ਜਾਂਦੇ ਆ ਵੀ ਇਸ ਥਾਂ ਤੋਂ ਇਹਨੇ ਗੜਾਸਾ ਚੱਕਿਆ, ਇੱਥੋਂ ਇਹਨੇ ਟੋੜਾ ਚੱਕਿਆ, ਜਿੰਦਾ ਭੰਨਿਆ। ਹੁਣ ਜਦੋਂ ਉਹ ਕਤਲ ਹੋਇਆ, ਕਤਲ ਹੋਣ ਤੋਂ ਬਾਅਦ ਵਿੱਚ ਹੀ ਉਹ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ, ਹੋ ਸਕਦਾ ਜੇ ਉਹ ਕਤਲ ਨਾ ਹੁੰਦਾ ਤੇ ਫੋਟੋਆਂ ਕਦੇ ਵੀ ਵਾਇਰਲ ਨਾ ਹੁੰਦੀਆਂ, ਜਾਂ ਉਹਨੂੰ ਕਹਿ ਲਓ ਵੀ ਵਾਇਰਲ ਕਰਨ ਦੀ ਕੋਈ ਸੈਂਸ ਵੀ ਨਹੀਂ ਸੀ ਬਣਦੀ, ਹੈ ਨਾ। ਸੋ ਇਸ ਕਰਕੇ ਨਾ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਦੂਸਰੀ ਗੱਲ, ਕੱਲੀਆਂ ਫੋਟੋਆਂ ਹੀ ਨਵਰੀਤ, ਫੋਟੋਆਂ ਤੋਂ ਪਹਿਲਾਂ ਵੀ ਜਿਹੜੇ ਕੁਝ ਸਮਝ ਰੱਖਣ ਵਾਲੇ ਸਾਡੇ ਵੀਰ ਸੀਗੇ, ਉਹਨਾਂ ਦੇ ਇਹ ਅੰਦਾਜ਼ੇ ਸੀ ਵੀ ਇਹ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ, ਇਹ ਘਟਨਾ ਸਿੱਧੀ ਤੋਂ ਸਿੱਧੀ ਲਖੀਮਪੁਰ ਖੇਰੀ ਵਾਲੀ ਘਟਨਾ ਦੇ ਨਾਲ ਜੁੜਦੀ ਹੈ। ਕਿਉਂਕਿ ਉਹ ਇੱਕ ਬਹੁਤ ਦਰਦਨਾਕ ਸੀਨ ਸੀ, ਜਿਹੜੀ 28-30 ਸੈਕਿੰਡ ਦੀ ਵੀਡੀਓ ਸੀਗੀ। ਦਰੜ ਕੇ ਕਾਰਾਂ ਦਾ ਬੰਦਿਆਂ ਨੂੰ ਲੰਘ ਜਾਣਾ, ਉਹ ਕਿਸੇ ਹੱਦ ਤੱਕ ਭਾਜਪਾ ਦੇ ਗਲੇ ਦੀ ਹੱਡੀ ਬਣ ਗਈ ਸੀਗੀ।
ਕੇਸ ਬਹੁਤ ਜ਼ਬਰਦਸਤ ਬਣ ਗਿਆ ਸੀ, 302 ਦਾ ਪਰਚਾ ਬਣ ਗਿਆ ਸੀਗਾ। ਔਰ ਉਹ ਕੁਦਰਤੀ ਪ੍ਰਮਾਤਮਾ ਦੀ ਕਿਰਪਾ ਕਹਿ ਲਓ, ਨਹੀਂ ਤਾਂ ਐਡੇ ਵੱਡੇ ਬਾਹੂਬਲੀ ਨੂੰ ਕੋਈ ਹੱਥ ਨਹੀਂ ਪਾਉਂਦਾ। ਉਹ ਗ੍ਰਿਫਤਾਰੀ ਵੀ ਹੋ ਗਈ। ਗ੍ਰਿਫਤਾਰੀ ਤੋਂ ਬਾਅਦ ਵਿੱਚ ਜਦੋਂ ਬਿਲਕੁਲ ਸਕੰਜਾ ਕੱਸਿਆ ਜਾ ਰਿਹਾ ਸੀ, ਠੀਕ ਉਸੇ ਟਾਈਮ ਜਦੋਂ ਇਹ ਘਟਨਾ ਵਾਪਰਦੀ ਆ, ਤੇ ਹਰ ਇੱਕ ਸੋਝੀ ਰੱਖਣ ਵਾਲਾ ਮਨੁੱਖ ਇਹ ਜ਼ਰੂਰ ਸੋਚਦਾ ਕਿ ਬੇਅਦਬੀਆਂ ਜਿਹੜੀਆਂ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸ਼ਰੇਆਮ ਪਹਿਲਾਂ ਹੋਈਆਂ, ਹਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਵਾਪਰੀ। ਪਰ ਇੱਥੇ ਤਾਂ ਸ਼ੱਕ ਦੇ ਆਧਾਰ ਦੇ ਉੱਤੇ ਉਹ ਵੀ ਇੱਕ ਗ੍ਰੰਥ, ਮੈਂ ਤਾਂ ਆਪਣੀ ਜ਼ਿੰਦਗੀ ਚੋਂ ਪਹਿਲੀ ਵਾਰੀ ਸੁਣਿਆ, ਕੋਈ ਸਰਬਲੋਹ ਨਾਂ ਦਾ ਗ੍ਰੰਥ, ਉਹ ਦੱਸਦੇ ਸੀ ਵੀ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਕੋਸ਼ਿਸ਼ ਕਰਨ ਦੇ ਨਾਲ ਉਹ ਬੰਦਾ ਜਿਹੜਾ ਬੇਰਹਿਮੀ ਦੇ ਨਾਲ ਵੱਢ ਦਿੱਤਾ ਜਾਂਦਾ। ਇਹ ਚੀਜ਼ ਨੂੰ ਲੈ ਕੇ ਸਾਡੇ ਮਨਾਂ 'ਚ ਸ਼ੰਕੇ ਸੀ। ਅਸੀਂ ਤਾਂ ਤਸਵੀਰਾਂ ਆਉਣ ਤੋਂ ਪਹਿਲਾਂ ਵੀ ਬੋਲੇ ਸੀ ਵੀ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੈ, ਕੋਈ ਚਾਲ ਹੈ, ਇਹਦੀ ਪੜਚੋਲ ਕੀਤੀ ਜਾਵੇ। ਸਾਡਾ ਨਾਂ ਜਿਹੜਾ ਆ ਉਹ ਪੂਰੇ ਵਰਲਡ ਲੈਵਲ ਦੇ ਉੱਤੇ ਬਦਨਾਮ ਹੋ ਜਾਣਾ। ਇੱਕ ਮੈਂ ਜਾਣਕਾਰੀ ਵੀ ਬਾਈ ਆਪਾਂ ਸਾਂਝੀ ਕਰਗੇ ਕਿ ਜਾਣਕਾਰੀ ਹੈ ਜਿਹੜੀ ਉਹ ਮੈਂ ਹੂਬਹੂ ਸੁਣਾਉਂਗਾ। ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਵੀ ਇਸ ਜਾਣਕਾਰੀ ਦੇ ਵਿੱਚ ਕੋਈ ਮਸਾਲਾ ਜਿਹਾ ਲਾ ਕੇ ਵਾਲਾ ਸਾਡਾ ਸੁਭਾਅ ਨਹੀਂਗਾ। ਸਿੱਧ ਪੱਧਰੀ ਜਾਣਕਾਰੀ ਇਹ ਹੈ ਕਿ ਮਹਿਲ ਕਲਾਂ ਥਾਣਾ ਪੈਂਦਾ ਜੀ ਬਰਨਾਲੇ ਦੇ ਵਿੱਚ। ਉੱਥੋਂ ਦੇ SHO ਬਲਜੀਤ ਸਿੰਘ ਦੇ ਨਾਲ ਅਸੀਂ ਆਪ ਵੀ ਗੱਲ ਕੀਤੀ ਆ ਅਦਾਰਾ ਅੱਖਰ ਦੇ ਵੱਲੋਂ, ਤਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ FIR ਹੋਈ ਸੀਗੀ ਉੱਥੇ, ਜਿਹਦੇ ਵਿੱਚ 9 ਕੁਆਂਟਲ ਦੇ ਕਰੀਬ ਨਸ਼ੇ ਦਾ ਰੌਲਾ ਸੀ। ਉਹ ਫੜਿਆ ਗਿਆ ਸੀ, ਨਸ਼ਾ ਫੜਿਆ ਗਿਆ ਸੀ। ਹੁਣ ਉਹਦੀ ਜਦੋਂ ਅੱਗੇ ਜਾਂਚ ਹੋਈ ਤਾਂ ਉਸ ਦੇ ਵਿੱਚ ਫਿਰ ਮਤਲਬ ਉਹਨੂੰ ਕਹਿੰਦੇ ਵਾਧੂ ਤੌਰ ਦੇ ਉੱਤੇ ਜਦੋਂ ਜਾਂਚ ਚੱਲਦੀ ਆ ਤਾਂ ਅੱਗੇ ਹੋਰ ਵੀ ਬੰਦੇ ਉਹਦੇ ਵਿੱਚ ਸ਼ਾਮਲ ਕੀਤੇ ਜਾਂਦੇ FIR ਦੇ ਵਿੱਚ। ਉਸ ਜਾਂਚ ਦੇ ਵਿੱਚ ਫਿਰ ਬਾਬਾ ਅਮਨ ਸਿੰਘ ਦਾ ਨਾਮ ਵੀ ਆਉਂਦਾ। ਇਹ ਫਿਰ ਜਾ ਕੇ ਹਾਈ ਕੋਰਟ ਦੇ ਵਿੱਚੋਂ, ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਬੇਲ ਪਹਿਲਾਂ ਹੀ ਤੁਹਾਨੂੰ ਪੁਲਿਸ ਨੇ ਫੜਨਾ, ਫੜਨ ਤੋਂ ਪਹਿਲਾਂ ਹੀ ਤੁਸੀਂ ਅਦਾਲਤ ਦੇ ਵਿੱਚ ਚਲੇ ਜਾਂਦੇ ਹੋ। ਤੁਸੀਂ ਉੱਥੇ ਜਾ ਕੇ ਆਪਦੇ ਤਰਕ ਦਿੰਦੇ ਹੋ ਤੇ ਅਦਾਲਤ ਤੁਹਾਨੂੰ ਇਹ ਕਹਿ ਸਕਦੀ ਆ ਵੀ ਨਹੀਂ, ਪੁਲਿਸ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਜਿਵੇਂ ਆਪਾਂ ਸਮੇਧ ਸੈਣੀ ਵਾਲੇ ਕੇਸ ਦੇ ਵਿੱਚ ਹੁਣੀ ਦੇਖ ਕੇ ਹਟੇ ਆ ਵੀ ਕਿਵੇਂ ਪਹਿਲਾਂ ਅਦਾਲਤ, ਤੇ ਉਹ ਇੱਕ ਕਾਨੂੰਨੀ ਅਧਿਕਾਰ ਆ, ਉਹਦੇ ਵਿੱਚ ਕੋਈ ਐ ਨਹੀਂ, ਕੋਈ ਬੁਰਾਈ ਨਹੀਂ ਹੈ। ਉਹ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਇਸ ਗੱਲ ਦੀ। ਤੇ ਉਹ ਤੋਂ ਬਾਅਦ ਹੁਣ ਬਲਜੀਤ ਸਿੰਘ ਦੇ ਅਨੁਸਾਰ ਜਿਹੜੇ SHO ਆ, ਬਾਬਾ ਅਮਨ ਸਿੰਘ ਦੇ ਖਿਲਾਫ ਇੱਕ ਚਲਾਨ ਪੇਸ਼ ਕੀਤਾ ਜਾਣਾ ਅਦਾਲਤ ਦੇ ਵਿੱਚ। ਤਾਂ ਇੱਕ ਨਸ਼ੇ ਵਾਲੇ ਮੁੱਦੇ ਦੇ ਵਿੱਚ ਵੀ ਬਾਬੇ ਦੇ ਤਾਰ ਜੁੜਦੇ ਆ। ਪਰ ਇੱਕ ਵੀਡੀਓ ਦਾ ਵੀ ਜ਼ਿਕਰ ਬਹੁਤ ਹੋ ਰਿਹਾ ਕਿ ਇੱਕ ਵੀਡੀਓ ਸਾਹਮਣੇ ਆਉਣ ਵਾਲੀ ਆ ਥੋੜੇ ਦਿਨਾਂ ਦੇ ਵਿੱਚ। ਇਹ ਨਹੀਂ ਪਤਾ ਕੁਛ ਘੰਟਿਆਂ 'ਚ ਆ ਜੇ, ਇਹ ਨਹੀਂ ਪਤਾ ਜਦੋਂ ਨੂੰ ਔਨ ਏਅਰ ਹੋਣੀ ਆ ਉਦੋਂ ਨੂੰ ਆਈ ਪਈ ਹੋਵੇ। ਇੱਕ ਵੀਡੀਓ ਦੀ ਬੜੀ ਚਰਚਾ ਕਿ ਉਹ ਵੀਡੀਓ ਆਊਗੀ ਤੇ ਮੁਲਾਕਾਤ ਹੋਈ ਆ ਜਿਹੜੀ, ਉਹਦੇ ਬਾਅਦ ਕੀ ਕੁਛ ਜਿਹੜਾ ਹੋਣਾ ਸੀ ਉਹਦੇ ਵੀ ਬਾਈ ਜੀ ਪੂਰੀ ਸੂਹ ਹੈ ਜਿਹੜੀ ਉਹ ਵੀਡੀਓ 'ਚ ਲੱਗ ਜਾਣੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਨਵਰੀਤ, ਪਹਿਲਾਂ ਤਾਂ ਮੈਨੂੰ ਇੱਥੇ ਕਰੈਕਟ ਕਰਿਓ, ਤੁਸੀਂ 9 ਕੁਆਂਟਲ ਕਿਹਾ, ਵਾਕਿਆ ਹੀ 9 ਕੁਆਂਟਲ ਨਸ਼ਾ ਫੜਿਆ ਗਿਆ ਜਾਂ 9 ਕਿਲੋ ਸੀਗਾ ਉੱਥੇ? ਮੇਰੇ ਕੋਲੇ ਮੈਸੇਜ 9 ਕੁਆਂਟਲ ਦਾ ਜੀ, ਮੇਰੇ ਕੋਲੇ ਜਿਹੜਾ ਇਸ ਸਮੇਂ ਆਇਆ ਹਨਾ। 2 ਵਾਰ ਮੈਂ ਮੈਸੇਜ ਦੇਖਿਆ ਤਾਂ 9 ਕੁਆਂਟਲ ਦਾ, ਕਿਉਂਕਿ KG ਨਹੀਂ ਲਿਖਿਆ ਜਿਵੇਂ ਤੁਸੀਂ ਕਿਹਾ ਸੀ ਪਹਿਲਾਂ, ਮੈਂ ਵੀ KG ਸਮਝ ਰਿਹਾ ਸੀ। ਬਿਲਕੁਲ, ਮੈਂ ਉਹੀ ਮੈਂ 9 ਕੁਆਂਟਲ ਆਇਆ ਇਹ ਵੀ ਇਹ ਬਹੁਤ ਵੱਡੀ ਖੇਮ ਹੋ ਜਾਂਦੀ ਹੈ ਨਸ਼ੇ ਦੀ। ਤੇ ਇਹ ਦੇਖੋ ਵੀ ਕਿੱਥੇ ਕਿੱਥੇ ਤੱਕ ਤਾਰਾਂ ਜੁੜਦੀਆਂ। ਵੈਸੇ ਵੀ ਜਦੋਂ ਆਪਾਂ ਬੈਕ ਜਾ ਕੇ ਵੀ ਦੇਖੀਏ, ਇਹਨਾਂ ਦੀ ਜਿਹੜੀ ਆਪਸ ਵਿੱਚ ਜਦੋਂ ਕਿਤੇ ਗੁੱਟਬੰਦੀ ਦੇ ਵਿੱਚ ਵੀ ਲੜਾਈ ਹੁੰਦੀ ਆ, ਉੱਥੇ ਵੀ ਇਹਨਾਂ ਬਾਬਿਆਂ ਦੇ ਉੱਤੇ ਕਤਲਾਂ ਦੇ ਕੇਸ ਚੱਲਦੇ ਆ। ਕਿੰਨਾ ਚਿਰ ਪਹਿਲਾਂ ਇਹ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਹੋ ਆ। ਕੁਛ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਸਜ਼ਾਵਾਂ ਵੀ ਹੋਈਆਂ, ਉੱਥੋਂ ਵੀ ਇਹ ਜਿਹੜੇ ਬਾਬੇ ਆ ਬਰੀ ਹੋ ਕੇ ਆਏ ਆ। ਖਾਸ ਤੌਰ ਤੇ ਜੇ ਆਪਾਂ ਇਸ ਵੀਰ ਦਾ ਨਾਂ ਲਈਏ ਜਿਹਦਾ ਨਾਂ ਅਮਨ ਨਿਹੰਗ ਆ, ਇਹ ਉੱਥੋਂ ਉਸ ਕੇਸ ਦੇ ਵਿੱਚੋਂ ਬਰੀ ਹੋ ਕੇ ਆਇਆ ਜਿਹਦੇ ਵਿੱਚ 4 ਬੰਦੇ ਕਤਲ ਹੋਏ ਸੀ। ਇਹਨਾਂ ਦੀ ਆਪਸ ਵਿੱਚ 2 ਗੁੱਟਾਂ ਦੀ ਲੜਾਈ ਹੋਈ ਸੀਗੀ। ਸੋ ਸਾਰੀਆਂ ਜਦੋਂ ਤਾਰਾਂ ਜੁੜਦੀਆਂ, ਕੋਈ ਸ਼ੱਕ ਨਹੀਂ, ਜੇ ਆਪਾਂ ਅੱਖਾਂ ਖੋਲ ਕੇ ਕਿਸੇ ਧੜੇਬੰਦੀ ਤੋਂ ਪਰੇ ਹੋ ਕੇ ਚੰਗੀ ਤਰ੍ਹਾਂ ਇਸ ਮਤਲਬ ਘਟਨਾ ਦੀ ਜਾਂਚ ਪੜਤਾਲ ਕਰਦੇ ਆ ਨਾ, ਤੇ ਇੱਥੇ ਬਹੁਤ ਤਰ੍ਹਾਂ ਦੇ ਜਿਹੜੇ ਸ਼ੰਕੇ ਆ ਉਹ ਸਾਹਮਣੇ ਆਉਂਦੇ ਆ। ਹਾਂ ਬਿਲਕੁਲ ਸ਼ੰਕੇ ਆਉਂਦੇ ਆ, ਪਰ ਉਹ ਇਨਵੈਸਟੀਗੇਸ਼ਨ ਹੈ ਜਿਹੜੀ ਚੱਲ ਰਹੀ ਆ। ਪਰ ਬਈ ਵੀਡੀਓ ਦੀ ਵੀ ਜਿਹੜੀ ਗੱਲ ਆ ਉਹਨੂੰ ਕਿਵੇਂ ਦੇਖਦੇ ਹੋ? ਵੀ ਇਹ ਵੀਡੀਓ ਦੇ ਵਿੱਚ ਕਹਿੰਦੇ ਵੀ ਮੈਂ ਅੱਜ ਦੇਖ ਰਿਹਾ ਸੀਗਾ ਇੱਕ ਪੰਜਾਬੀ ਦੇ ਵੱਡੇ ਪੱਤਰਕਾਰ, ਉਹਨਾਂ ਦਾ ਇੱਕ ਚੈਨਲ ਆਪਦਾ ਪਰਸਨਲ, ਉਹਦੇ ਤੇ ਉਹ ਕਹਿ ਰਿਹਾ ਕਿ ਉਸ ਵੀਡੀਓ ਦੇ ਵਿੱਚ ਇਹ ਮੁੱਦਾ ਬਣਾਇਆ ਜਾ ਰਿਹਾ ਹੋਊਗਾ ਕਿ ਜਿਹੜੇ ਗੁਰਨਾਮ ਸਿੰਘ ਚੜੂਨੀ ਆ ਤੇ ਰਾਜੇਵਾਲ, ਇਹਨਾਂ ਨੂੰ ਟਾਰਗੇਟ ਕਰਿਆ ਜਾਊਗਾ ਕਿਉਂਕਿ ਰਾਜੇਵਾਲ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਆ, ਗੁਰਨਾਮ ਸਿੰਘ ਚੜੂਨੀ ਹਰਿਆਣੇ ਦੇ ਆ। ਤਾਂ ਜਿਹੜੇ ਨਿਹੰਗ ਸਿੰਘ ਨੇ, ਅਮਨ ਸਿੰਘ ਹਨਾ, ਇਹ ਕੀ ਕਰਨਗੇ? ਇਹ ਉਹਨਾਂ ਨੂੰ ਟਾਰਗੇਟ ਕਰਨਗੇ, ਉਹਨਾਂ ਦੋਨੇ ਆਗੂਆਂ ਨੂੰ। ਆਖਰ ਦੋਨੇ ਆਗੂਆਂ ਨੂੰ ਟਾਰਗੇਟ ਕਰਨ ਦਾ ਕੀ ਮਤਲਬ ਹੈ?
ਨਵਰੀਤ ਦੇਖੋ, ਜਦੋਂ ਵੀ ਇਹ ਮੋਰਚਾ ਬਿਲਕੁਲ ਪੀਕ ਦੇ ਉੱਤੇ ਗਿਆ, ਜਦੋਂ ਸਾਨੂੰ ਇੱਕ ਆਸ ਵੱਜੀ ਆ ਕਿ ਹੁਣ ਸਾਡੇ ਮੋਰਚੇ ਦਾ ਕੋਈ ਨਾ ਕੋਈ ਫੈਸਲਾ ਹੋਣ ਜਾ ਰਿਹਾ, ਉਸ ਟਾਈਮ ਦੇ ਉੱਤੇ ਤੁਸੀਂ ਦੇਖੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ। ਚਾਹੇ ਆਪਾਂ ਉਹ 26 ਵਾਲੀ ਘਟਨਾ ਸਭ ਤੋਂ ਪਹਿਲਾਂ ਵਾਲੀ ਲੈ ਲਈਏ, ਉਦੋਂ ਵੀ ਸੰਗਤ ਜਿਹੜੀ ਬਹੁਤ ਜ਼ੋਰ ਸ਼ੋਰ ਨਾਲ ਜਾ ਰਹੀ ਸੀ। ਲੱਗਦਾ ਸੀ ਕਿ ਜਿੰਨਾ ਜ਼ੋਰ ਮੋਰਚੇ ਦਾ ਪੈ ਗਿਆ ਵੀ ਇਹ ਬਿੱਲ ਜਿਹੜੇ ਆ ਇਹ 26 ਤੋਂ ਪਹਿਲਾਂ ਜਾਂ 26 ਦੇ ਇਰਦ ਗਿਰਦ ਜਿਹੜੇ ਉਹ ਰੱਦ ਕਰਨੇ ਪੈ ਜਾਣੇ ਗਵਰਨਮੈਂਟ ਨੂੰ। ਸੋ ਕੋਈ ਨਾ ਕੋਈ ਚਾਲ ਗਵਰਨਮੈਂਟ ਨੇ ਇਹਦੇ ਵਿੱਚ ਖੇਡਣੀ ਹੁੰਦੀ ਆ। ਸੋ ਇੱਥੇ ਵੀ ਭਾਜਪਾ ਨੇ ਕਿਸਾਨਾਂ ਨੂੰ ਬਦਨਾਮ ਕਰਾਉਣ ਵਾਸਤੇ ਇਹੋ ਜਿਹੇ ਪਿਆਦੇ ਆਪਣੇ ਪਾਲ ਰੱਖੇ ਹੁੰਦੇ ਆ ਕਿ ਜਿਹੜੇ ਉਹਨਾਂ ਨੂੰ ਪਾਲਣੇ ਵੀ ਪੈਂਦੇ ਆ। ਔਰ ਕਈ ਤਰ੍ਹਾਂ ਦੀਆਂ ਘੁੰਡੀਆਂ ਇਹਨਾਂ ਦੀਆਂ ਉਹਨਾਂ ਦੇ ਹੱਥ ਦੇ ਵਿੱਚ ਹੁੰਦੀਆਂ, ਜਿਹੜੇ ਇਹਨਾਂ ਦੇ ਪੁਰਾਣੇ ਕੋਈ ਕੇਸ ਚੱਲਦੇ ਆ, ਜਾਂ ਕਹ ਲਓ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਆਪਸੀ ਸਮਝੌਤੇ ਹੋਏ ਹੁੰਦੇ ਆ। ਹੁਣ ਤੁਸੀਂ ਉਹ ਸਾਰੀ ਗੱਲ ਦੇਖੋ। ਪਹਿਲੀ ਤਾਂ ਗੱਲ ਹੈ, ਬਾਬੇ ਦੇ ਬਿਆਨ ਲੈ ਲਓ ਤਾਂ ਤੁਸੀਂ ਪਿੰਕੀ ਕੈਟ ਦੇ ਬਿਆਨ ਲੈ ਲਓ, ਉਹਨਾਂ ਦੇ ਬਿਆਨ ਆਪਸ ਵਿੱਚ ਕਿਤੇ ਵੀ ਨਹੀਂ ਮਿਲਦੇ। ਉਹ ਇਹੋ ਜਿਹੀ ਗੱਲ ਬਣਾਈ ਆ ਜਿੱਦਾਂ ਆਪਾਂ ਕਹੀਏ ਵੀ ਮੈਂ ਆਨੰਦਪੁਰ ਦਾ ਮੇਲਾ ਦੇਖਣ ਜਾਂਦਾ ਸੀ, ਮੈਂ ਅਮਨ ਬਾਬੇ ਨੂੰ ਕਿਹਾ ਤੂੰ ਵੀ ਮੇਰੀ ਟਰੈਲੀ 'ਚ ਬਹਿ ਜਾ, ਆਪਾਂ ਜਲੇਬੀਆਂ ਖਾਏ ਜੀ। ਇਹ ਦੇਖੋ ਤੁਕ ਬਣਦੀ ਆ। ਇੱਕ ਤੁਸੀਂ ਮਤਲਬ ਖੇਤੀਬਾੜੀ ਮੰਤਰੀ ਨੂੰ ਮਿਲਣ ਜਾਣਾ, ਪਹਿਲਾਂ ਤਾਂ ਇੱਥੇ ਟੈਂਕੀ ਕੈਟ ਦੀ ਗੱਲ ਦੇਖ ਲਓ ਵੀ ਮੈਂ ਆਪਣੇ ਜਿਹੜੇ ਮੈਡਲ ਸੀ ਉਹਨਾਂ ਦੇ ਵਾਪਸ ਚੱਲਿਆ ਸੀ। ਹੁਣ ਮੈਡਲਾਂ ਦਾ ਖੇਤੀਬਾੜੀ ਮੰਤਰੀ ਦੇ ਨਾਲ ਕੀ ਤਾਲੁਕਾਤ ਹੈ? ਜੋ ਚੱਲਿਆ ਵੀ ਸੀ ਤੇ ਨਾਲ ਮਤਲਬ ਉਹ ਸਾਰੀ ਕਹਾਣੀ ਜਿਹੜੀ ਆ ਉਹ ਝੂਠ ਦਾ ਪਲੰਦਾ ਆ। ਇਹ ਜਿਹੜੇ ਲੀਡਰ ਸੀਗੇ ਇਹਨਾਂ ਲੋਕਾਂ ਦੇ ਕੋਲੋਂ ਬਦਨਾਮ ਕਰਾਇਆ ਜਾਣਾ ਸੀਗਾ, ਜਿਨ੍ਹਾਂ ਨੂੰ ਸਾਡੀ ਜਿਹੜੀ ਬਹੁਤ ਗਿਣਤੀ ਆ ਉਹ ਇੱਕ ਧਾਰਮਿਕ ਲੀਡਰਾਂ ਦੇ ਤੌਰ ਦੇ ਉੱਤੇ ਮੰਨ ਕੇ ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਬਾਣਿਆਂ ਦੀ ਸ਼ਰਧਾ ਆ, ਹਨਾ, ਇਹਨਾਂ ਸਰੂਪਾਂ ਦੀ ਸ਼ਰਧਾ ਆ। ਜਦੋਂ ਉਹ ਵੀਰ ਕੋਈ ਗੱਲ ਕਰਦੇ ਆ, ਫਿਰ ਜਿਹੜੇ ਵੀਰ ਇਸ ਮੋਰਚੇ ਨੂੰ ਕਾਮਰੇਡ ਕਹਿ ਕੇ ਭੰਡ ਰਹੇ ਆ, ਪਹਿਲੇ ਦਿਨ ਤੋਂ ਭੰਡ ਰਹੇ ਆ, ਉਹਨਾਂ ਦੇ ਲਈ ਵੀ ਭੰਡਣਾ ਸੌਖਾ ਹੋ ਜਾਣਾ ਸੀ ਤੇ ਸਰਕਾਰ ਦਾ ਕੰਮ ਵੀ ਇਹਨਾਂ ਨੇ ਵਾਹਵਾ ਸੌਖਾ ਕਰ ਦੇਣਾ ਸੀਗਾ। ਸੋ ਅਖੀਰ ਆਪਾਂ ਇਹੀ ਕਹਿ ਸਕਦੇ ਹਾਂ ਵੀ ਮੋਰਚੇ ਨੂੰ ਢਾਹ ਲਾਉਣ ਵਾਸਤੇ ਇਹ ਜਿਹੜੀਆਂ ਅੰਦਰ ਬਹਿ ਕੇ ਬੁਣਤਾਂ ਆ ਉਹ ਬੁਣੀਆਂ ਜਾ ਰਹੀਆਂ। ਇੱਕ ਇਸ ਘਟਨਾ ਨੂੰ ਤੁਹਾਨੂੰ ਜੇ ਇਹਦੀ ਦੇਖ ਗਏ, ਇਹਦੇ 'ਚ ਕਿਹੜੀ ਥਿਊਰੀ ਵਰਤੀ ਗਈ ਆ, ਉਹ ਕਿਵੇਂ ਲੱਗਦੀ ਹੈ ਵੀ ਇੱਕ ਏਜੰਡਾ ਸੈੱਟ ਕਰ ਦਿੱਤਾ ਜਾਂਦਾ? ਜਿਵੇਂ ਆਪਾਂ ਦੇਖਦੇ ਹਾਂ ਕਿ ਬੀਜੇਪੀ ਸਰਕਾਰ ਆ ਜਿਹੜੀ ਕੇਂਦਰ ਦੀ, ਉਹ ਅਕਸਰ ਇਹ ਕਰਦੀ ਹੈ, ਇੱਕ ਏਜੰਡਾ ਸੈੱਟ ਲੋਕਾਂ ਮੂਹਰੇ ਕਰ ਦਿੱਤਾ ਜਾਂਦਾ ਵੀ ਤੁਸੀਂ ਜੇ ਇਹਦੇ ਹੱਕ 'ਚੋਂ ਤਾਂ ਤੁਸੀਂ ਦੇਸ਼ ਪ੍ਰੇਮੀ ਹੋ, ਜੇ ਤੁਸੀਂ ਇਹਦੇ ਵਿਰੋਧ 'ਚੋਂ ਤਾਂ ਜੀ ਤੁਸੀਂ ਦੇਸ਼ ਧਰੋਹੀ ਹੋ। ਇਸ ਘਟਨਾ ਸਿੰਘੂ ਬਾਰਡਰ ਵਾਲੀ ਘਟਨਾ ਤੇ ਵੀ ਇਹੀ ਏਜੰਡਾ ਜਿਹੜਾ ਸੈੱਟ ਕੀਤਾ ਗਿਆ ਕਿ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਵਾਲ ਚੱਕੋਗੇ ਜਿਹਦਾ ਤੁਸੀਂ ਕਾਮਰੇਡ ਹੋ। ਇਹ ਖਿਤਾਬ ਤਾਂ ਤੁਹਾਨੂੰ ਵੀ ਮਿਲ ਹੀ ਗਿਆ ਹੋਣਾ ਗਾ ਆਪਦੇ ਕਮੈਂਟਾਂ ਦੇ ਵਿੱਚ, ਕਿਉਂਕਿ ਜਿੰਨਾ ਸੱਚ ਤੁਸੀਂ ਲਿਖ ਰਹੇ ਹੋ ਸੁਭਾਵਿਕ ਆ। ਮੈਨੂੰ ਤਾਂ ਚਲੋ ਥੋੜਾ ਜਿਹਾ ਇਦੋਂ ਅੱਗੇ ਵੱਧ ਗਿਆ, ਮੈਨੂੰ ਤਾਂ ਇਹ ਵੀ ਆ ਗਿਆ ਵੀ ਇਹ ਪੱਤਰਕਾਰ ਆ ਭਾਈ, ਇਹਦਾ ਐਂ ਲਾਉਣਾ ਹਨਾ, ਇਹਨੂੰ ਮਤਲਬ ਕੋਈ ਵਾਹਵਾ ਜਿਹੜੀਆਂ ਧਮਕੀਆਂ ਦਾ ਇੱਕ ਹਾਈ ਲੈਵਲ ਆ, ਮੈਂ ਕਾਹਨੂੰ ਬੰਦੇ ਹਾਈਲਾਈਟ ਕਰਨੇ ਆ ਐਵੇਂ ਇਹੋ ਜਿਹੇ ਹਨਾ। ਤਾਂ ਉਹ ਇਹ ਚੀਜ਼ਾਂ ਹੋਈਆਂ, ਇੱਕ ਏਜੰਡਾ ਸੈੱਟ ਕੀਤਾ ਗਿਆ। ਇਹ ਚੀਜ਼ 'ਚ ਸਿਮਿਲੈਰਿਟੀ ਦੇਖਦੇ ਹੋ ਕੋਈ? ਇਹ ਇੱਕੋ ਜਿਹੀਆਂ ਚੀਜ਼ਾਂ ਲੱਗਦੀਆਂ ਤੁਹਾਨੂੰ ਕਿ ਅੱਡ ਅੱਡ ਹੈ? ਆਪਾਂ ਨੂੰ ਮੰਨ ਕੇ ਚੱਲਣਾ ਪੈਣਾ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਤਾਂ ਬਾਤ ਅਨਹੋਣੀ ਕਰਨੀ ਆ, ਸਾਨੂੰ ਉਹਦੇ ਵੱਲੋਂ ਤਾਂ ਪੂਰੇ ਅਸੀਂ ਚੁਕੰਨੇ ਆ। ਪਰ ਜਦੋਂ ਸਾਡੇ ਸੱਜਣ ਉਸ ਸੁਭਾਅ ਦੇ ਵਿੱਚ ਬਹਿ ਜਾਂਦੇ ਆ ਨਾ ਨਵਰੀਤ, ਉਸ ਚੀਜ਼ ਦਾ ਦੁੱਖ ਬਹੁਤ ਹੁੰਦਾ। ਔਰ ਇਸ ਟਾਈਮ ਜਿਹੜਾ ਉਹਨੇ ਕੰਮ ਕੀਤਾ ਇਹਦੇ ਵਿੱਚ ਤਾਂ ਸਾਡੇ ਮੈਂ ਕਹਿ ਸਕਦਾ ਵੀ 90% ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵੀਰ ਭਰਾ ਐਕਟਿਵ ਸੀਗੇ ਨਾ, 90% ਲੋਕ ਉਹਨੇ ਲਪੇਟ ਲਏ ਸੀ ਇਹਦੇ ਵਿੱਚ। ਕਿਉਂਕਿ ਬਾਤ ਇਦਾਂ ਦੀ ਸੀਗੀ, ਲਿਖ ਕੇ ਪਾਇਆ ਜਾ ਰਿਹਾ ਸੀਗਾ ਕਿ ਤੁਸੀਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਹੋ ਤਾਂ ਤੁਸੀਂ ਪੱਕੇ ਸਿੱਖ ਆ, ਜੇ ਤੁਸੀਂ ਇਸ ਚੀਜ਼ ਦੇ ਖਿਲਾਫ ਹੈ ਤੁਸੀਂ ਕਾਮਰੇਡ ਹੈ, ਤੁਸੀਂ ਗੁਰੂ ਦੋਖੀ ਹੈ, ਸਾਨੂੰ ਮਸੀਹ ਦਾ ਇਨਸਾਫ ਮਿਲਿਆ। ਉਹ ਇੱਕ ਚੀਜ਼ ਉਹਨੇ ਇਦਾਂ ਦੀ ਬਣਾ ਦਿੱਤੀ ਸੀਗੀ। ਤੁਹਾਡੀ ਗੱਲ ਬਿਲਕੁਲ ਸਹੀ ਆ, ਜਿਹੜੀ ਭਾਜਪਾ ਆ ਇਹ ਡੇ 1 ਤੋਂ ਹੀ ਮਾਸਟਰਮਾਈਂਡ ਹੈ ਕੁਛ ਕਰਨੇ ਦੀ। ਜਿਸ ਨੂੰ ਉਹਦੇ ਵਿੱਚ ਤੁਸੀਂ ਇਹੋ ਜਿਹਾ ਫਸ ਜਾਂਦੇ ਆ, ਜੇ ਤੁਸੀਂ ਤਰਕ ਦੇ ਨਾਲ ਗੱਲ ਕਰਦੇ ਆ ਨਾ, ਅਗਲਾ ਕਹਿੰਦਾ ਤੂੰ ਹਜੇ ਵੀ ਤਰਕ ਨਾਲ ਗੱਲ ਕਰਦਾ, ਫਿਰ ਤਾਂ ਤੂੰ ਪੱਕਾ ਹੀ ਕਾਮਰੇਡਾਂ ਦਾ ਜਾਂ RSS ਦਾ ਪੱਕਾ ਬੰਦਾ ਫਿੱਟ ਕੀਤਾ ਹੈ ਅਮਰੀਕਾ ਦੇ ਵਿੱਚ, ਜੇ ਤੂੰ ਅੱਜ ਗੁਰੂ ਮਹਾਰਾਜ ਦੀ ਬੇਅਦਬੀ ਦੇ ਉੱਤੇ ਆ ਕੇ ਵੀ ਤਰਕ ਕਰ ਰਿਹਾ। ਪਰ ਫਿਰ ਵੀ ਅਸੀਂ ਆਪਣੀ ਸਮਝ ਦੇ ਮੁਤਾਬਕ ਨਵਰੀਤ ਗੱਲ ਰੱਖੀ। ਸਾਡਾ ਵੀਰ ਹੈ ਦਲਜੀਤ ਅੰਡਿਆਨਾ ਤੋਂ, ਉਹਦਾ ਰੇਡੀਓ ਆ ਚੰਨ ਪ੍ਰਦੇਸੀ, ਉਹਦੇ ਉੱਤੇ ਜਾ ਕੇ 20-22 ਮਿੰਟ ਦੀ ਜਿਹੜੀ ਰਿਕਾਰਡਿੰਗ ਸੀ, ਉਸ ਤੋਂ ਬਾਅਦ ਵਿੱਚ ਆਪਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਦੂਜੇ ਦਿਨ ਉਸੇ ਟਾਈਮ ਦੇ ਵਿੱਚ ਉਹਨਾਂ ਦਾ ਵੀ ਬਿਆਨ ਆ ਗਿਆ। ਸੋ ਜਿੱਦਾਂ ਵੀ ਜਿਹਦੀ ਸੋਝੀ ਸੀਗੀ, ਉਹਨਾਂ ਨੇ ਜਿਨ੍ਹਾਂ ਵੀ ਬੰਦਿਆਂ ਨੇ ਦਲੇਰੀ ਕਰਕੇ ਗੱਲ ਬਾਹਰ ਰੱਖੀ ਆ ਨਾ, ਪਹਿਲੀ ਤਾਂ ਗੱਲ ਅਸੀਂ ਉਹਨਾਂ ਦਾ ਐਪਰੀਸ਼ੀਏਟ ਕਰਦੇ, ਤੁਹਾਡੇ ਅੱਖਰ ਚੈਨਲ ਦਾ ਵੀ ਐਪਰੀਸ਼ੀਏਟ ਕਰਦੇ ਆ। ਤੁਸੀਂ ਕਦੇ ਪੱਖਪਾਤ ਨਹੀਂ ਕੀਤਾ, ਤੁਸੀਂ ਜੋ ਸੱਚਾਈ ਹੁੰਦੀ ਹੈ ਨਾ ਉਹਨੂੰ ਬਾਹਰ ਲੈ ਕੇ ਆਉਨੇ ਆ। ਸੋ ਕੋਈ ਸ਼ੱਕ ਨਹੀਂ ਉਹਦੇ ਵਿੱਚ ਤੁਹਾਨੂੰ ਪਹਿਲਿਆਂ ਦਿਨਾਂ ਦੇ ਵਿੱਚ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ। ਜਿਵੇਂ ਕਿ ਮੈਂ ਉਦੋਂ 26 ਤੋਂ ਬਾਅਦ ਇੱਕ ਵੀਡੀਓ ਬਣਾਈ ਸੀ, ਮੈਨੂੰ ਵਿਰੋਧਤਾ ਦਾ ਬਹੁਤ ਸਾਹਮਣਾ ਕਰਨਾ ਪਿਆ। ਅੱਜ ਵਿਰੋਧ ਕਰਨ ਵਾਲੇ ਵੀਰ ਮੈਨੂੰ ਕਹਿੰਦੇ ਵੀ ਤੂੰ ਉਸ ਟਾਈਮ ਤੇ ਵੀਰ ਸਹੀ ਸੀਗਾ। ਉਹਨਾਂ ਦੀਆਂ ਉਦਾਹਰਨਾਂ ਹੋਣੀਆਂ
ਵੀ ਦੇਖੋ ਪਹਿਲਾਂ ਅਸੀਂ ਲੱਖੇ ਦੀਆਂ ਤਾਂ ਦੀਪ ਦੀਆਂ ਜੋੜ ਕੇ ਫੋਟੋਆਂ ਲਾਈਆਂ, ਫਿਰ ਅਸੀਂ ਹੌਲੀ ਹੌਲੀ ਕੀ ਕੀਤਾ, ਲੱਖਾ ਪਰੇ ਕਰ ਦਿੱਤਾ, ਦੀਪ ਦੀ ਤਾਂ ਬਾਬੇ ਡਿਬੜਵਾ ਸਾਹਿਬ ਦੀ ਲਾ ਦਿੱਤੀ, ਫਿਰ ਇੱਕ ਟਾਈਮ ਆਇਆ ਸਾਨੂੰ ਡਿਬੜਵਾ ਸਾਹਿਬ ਵੀ ਪਰੇ ਕਰਨੇ ਪੈ ਗਏ। ਉਹ ਮਤਲਬ ਅੱਜ ਖਿੱਲਰ ਦੀ ਜਿਹੜੀ ਉਹ ਖੁੱਦੋ ਸੀਗੀ 26 ਤੋਂ ਬਾਅਦ ਵਿੱਚ ਕਾਫੀ ਮਜ਼ਬੂਤ ਸੀ ਜਿਹੜੀ ਹੈ ਨਾ, ਉਹਦੀਆਂ ਅੱਜ ਲੀਰਾਂ ਇਸ ਹਿਸਾਬ ਨਾਲ ਹੋਈਆਂ। ਉਹਨਾਂ ਦੇ ਪਿੱਛੇ ਲਾ ਕੇ ਸਾਨੂੰ ਗਾਲਾਂ ਕੱਢਣ ਵਾਲੇ ਵੀਰ ਅੱਜ ਸ਼ਰਮ ਮਹਿਸੂਸ ਕਰ ਰਹੇ ਆ। ਮੈਂ ਕਹਿੰਦਾ ਹੁੰਦਾ ਵੇਟ ਕਰਿਆ ਕਰੋ, ਵੇਟ ਐਂਡ ਵਾਚ। ਸਾਨੂੰ ਬੋਲਣ ਲਈ ਕਈ ਦਿਨ ਪਹਿਲਾਂ ਗਰਾਊਂਡ ਤੋਂ ਖਬਰਾਂ ਲੈ ਕੇ ਆਉਣੀਆਂ ਪੈਂਦੀਆਂ ਵੀ ਅਸੀਂ ਸੱਚਾਈ ਤੁਹਾਡੇ ਸਾਹਮਣੇ ਰੱਖ ਲਈਏ। ਜਿਨ੍ਹਾਂ ਨੇ ਸਿਰਫ ਤੇ ਸਿਰਫ ਮੋਰਚੇ ਨੂੰ ਭੰਡਣਾ ਹੀ ਆ, ਉਹਨਾਂ ਦਾ ਕੀ ਆ, ਜਦੋਂ ਖਬਰ ਆਈ ਉਹਦਾ ਹੀ ਹਾਈ ਕਾਮਰੇਡਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਹਾਈ ਕਿਸਾਨ ਲੀਡਰ ਖਾ ਗਏ। ਹੁਣ ਦੇਖਦੇ ਆ ਕਿਸਾਨ ਲੀਡਰ ਬੇਅਦਬੀ ਦੇ ਮੁੱਦੇ ਤੇ ਕੀ ਬੋਲਦੇ ਆ। ਕਿਸਾਨ ਲੀਡਰਾਂ ਨੇ ਬਹੁਤ ਸੋਝੀ ਨਾਲ ਫੈਸਲਾ ਲਿਆ, ਜਿਹੜਾ ਇਸ ਘਟਨਾ ਤੋਂ ਆਪਣੇ ਆਪ ਨੂੰ ਨਖੇੜ ਕੇ ਪਰੇ ਕੀਤਾ ਤੇ ਇਹ ਗੱਲ ਸਾਫ਼ ਕਹਿ ਦਿੱਤੀ ਵੀ ਜੋ ਵੀ ਨਿਹੰਗ ਸਿੰਘਾਂ ਨੇ ਕੀਤਾ ਉਹਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਬਣਦੀ ਸਜ਼ਾ ਆ ਉਹਨਾਂ ਨੂੰ ਦਿੱਤੀ ਜਾਵੇ। ਸੋ ਇਹ ਉਹਨਾਂ ਦਾ ਬਹੁਤ ਵਧੀਆ ਫੈਸਲਾ। ਇੱਕ ਬਹੁਤ ਮਾਫ ਕਰਨਾ, ਬਹੁਤ ਸਾਰੇ ਸਾਡੇ ਮਿੱਤਰ ਵੀ ਆ ਤੇ ਨਿਹੰਗ ਜਥੇਬੰਦੀਆਂ ਵੀ ਕਈ ਕਹਿ ਰਹੀਆਂ ਕਿ ਇੱਕ ਸ਼ਬਦ ਦੀ ਤੁਸੀਂ ਵਰਤੋਂ ਨਾ ਕਰੋ। ਅਸੀਂ ਵੀ ਉਹ ਤੋਂ ਗਰੇਜ਼ ਕੀਤਾ। ਅਸੀਂ ਵੀ ਜਦੋਂ ਨਿਹੰਗ ਸਿੰਘ ਅਮਨ ਸਿੰਘ ਹੀ ਕਿਹਾ, ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਨਿਹੰਗ ਸਿੰਘਾਂ ਦੀ ਗੱਲ ਨਾ ਕਰੋ। ਅਸੀਂ ਉਹ ਗੱਲ, ਮੈਨੂੰ ਲੱਗਦਾ ਸੀ ਸਾਰੇ ਸਹਿਮਤ ਆ, ਚਲੋ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ, ਪਰ ਇੱਕ ਅਪੀਲ ਹੈ ਵੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੂੰ ਵੀ ਤਾਂ ਕਲੀਅਰ ਕਰਨਾ ਪਊਗਾ ਨਾ ਕਿ ਜੋ ਹੋਇਆ, ਜੋ ਇਸ ਸਮੇਂ ਹੈ ਨਾ ਬੀਜੇਪੀ ਦੇ ਨਾਲ ਮੁਲਾਕਾਤ ਹੈ ਜਿਹੜੀ ਇੱਕ ਨਿਹੰਗ ਸਿੰਘ ਆਗੂ ਦੀ, ਉਹ ਕਿਸ ਤਰ੍ਹਾਂ ਮਤਲਬ ਆਫ ਦੀ ਰਿਕਾਰਡ ਤਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਸ ਤਰ੍ਹਾਂ ਦੇ ਵਿਚਾਰ ਦਿੱਤੇ ਆ, ਪਰ ਕਲੈਰਿਟੀ ਇੱਕ ਵਾਰੀ ਔਨ ਰਿਕਾਰਡ ਵੀ ਦੇਣੀ ਜ਼ਰੂਰੀ ਹੈ ਲੋਕਾਂ ਦੇ ਵਿੱਚ, ਨਹੀਂ ਤਾਂ ਉਹ ਸਾਰਿਆਂ ਨੂੰ ਹੀ ਫਿਰ ਉਹ ਇੱਕ ਰੱਸੇ ਵਾਲੀ ਗੱਲ ਹੀ ਹੋ ਜਾਂਦੀ ਹੈ। ਜਿਹੜੀ ਚੁੱਪ ਹੈ ਨਾ ਨਵਰੀਤ, ਇਹ ਵੀ ਆਲਮੋਸਟ ਕਈ ਵਾਰੀ ਸਹਿਮਤੀ ਦਾ ਕੰਮ ਹੀ ਦੇ ਜਾਂਦੀ ਆ। ਇਹ ਬਿਲਕੁਲ ਸਾਡੀ ਬੇਨਤੀ ਸਾਰੀਆਂ ਨਿਹੰਗ ਜਥੇਬੰਦੀਆਂ ਨੂੰ ਜਿਹੜੀਆਂ ਬਿਲਕੁਲ ਸ਼ੁੱਧ ਹੈ ਔਰ ਬਾਣੀ ਦੇ ਵਿੱਚ ਵਧੀਆ ਢੰਗ ਨਾਲ ਵਿਚ ਰਹੇ ਆ, ਉਹਨਾਂ ਨੂੰ ਇਹ ਬੇਨਤੀ ਹੈ ਵੀ ਜਿਹੜਾ ਇਹ ਨਖੇੜਾ ਹੈ ਨਾ ਲੋਕਾਂ ਦੇ ਨਾਲੋਂ ਉਹ ਕੀਤਾ ਜਾਵੇ। ਇਸ ਜਿਹੜੀ ਘਟਨਾ ਹੋਈ ਆ ਇਹਦੀ ਤਫਤੀਸ਼ ਕੀਤੀ ਜਾਵੇ, ਕਿਉਂਕਿ ਇਹ ਕੋਈ ਗੱਲ ਹੀ ਨਹੀਂ ਬਣਦੀ ਵੀ ਉਹ ਬੰਦਾ ਉੱਥੇ ਆ ਕੇ ਬੇਅਦਬੀ ਕਰ ਜਾਊਗਾ। ਬ੍ਰਦਰ, ਜੇ ਉਹਨੇ ਬੇਅਦਬੀ ਕਰਨੀ ਹੋਵੇ ਨਾ, ਉਹ ਪਿੰਡ ਦੀ ਕਿਸੇ ਸੁੰਨਸਾਨ ਜਗ੍ਹਾ ਦੇ ਉੱਤੇ ਜਿੱਥੇ ਬਹੁਤ ਘੱਟ ਸਿਕਿਉਰਿਟੀ ਹੋਵੇ ਉੱਥੇ ਜਾ ਕੇ ਬੇਅਦਬੀ ਕਰੂਗਾ, ਜੇ ਕਿਤੇ ਉਹਦਾ ਕਰਨ ਦਾ ਮਨ ਵੀ ਕੀਤਾ, ਨਾ ਕਿ ਉਸ ਛਾਉਣੀ ਦੇ ਵਿੱਚ ਜਾ ਕੇ ਜਿੱਥੇ ਸਾਰੇ ਬੰਦੇ ਸ਼ਸਤਰਧਾਰੀ ਆ। ਪਤਾ ਆ ਵੀ ਇੱਥੇ ਚਹਿਲ ਮਹਿਲ ਚੱਲੀ ਜਾਂਦੀ ਆ ਮੋਰਚੇ ਦੇ ਵਿੱਚ, ਪੁਲਿਸ ਵੀ ਆ, ਨਿਹੰਗ ਵੀ ਆ, ਉੱਥੇ ਜਿਹੜੇ ਬੈਠੇ ਸਾਰੇ ਬੰਦੇ ਯੋਧੇ ਤੇ ਸੂਰਮੇ ਬੈਠੇ ਆ। ਉੱਥੇ ਜਾ ਕੇ ਕੋਈ ਬੰਦਾ ਵੀ ਹਿੰਮਤ ਨਹੀਂ ਕਰ ਸਕਦਾ ਬੇਅਦਬੀ ਕਰਨ ਦੀ। ਇਹਨਾਂ ਗੱਲਾਂ ਕਰਕੇ ਸਾਨੂੰ ਸੋਚ ਲੈਣਾ ਚਾਹੀਦਾ। ਇਹਨੂੰ ਲਖੀਮਪੁਰ ਵਾਲੀ ਘਟਨਾ ਨਾਲ ਜੋੜ ਕੇ ਦੇਖੋ ਔਰ ਇਹ ਜੋੜ ਕੇ ਦੇਖੋ ਬੇਅਦਬੀ ਹੋਈ ਕਿਹੜੀ ਜਗ੍ਹਾ ਦੇ ਉੱਤੇ ਆ, ਔਰ ਅੱਜ ਤੱਕ ਉਹ ਬੇਅਦਬੀ ਦੀ ਕੋਈ ਵੀਡੀਓ ਨਹੀਂ ਬਾਹਰ ਲਿਆ ਸਕੇ। ਤੁਸੀਂ 5-4 ਉਹ ਬੰਦੇ ਜਿਹੜੇ ਗੌਰਮੈਂਟ ਦੀ ਚਾਲ ਦੇ ਵਿੱਚ, ਭਾਜਪਾ ਦੀ ਚਾਲ ਦੇ ਵਿੱਚ ਫਸ ਕੇ ਜਾਂ ਉਹਨਾਂ ਨੇ ਜੋ ਲਾਲਚ ਦਿੱਤੇ ਹੋਣਗੇ, ਉਹ ਤਾਂ ਹੁਣ ਪਿਛਲੀਆਂ ਪਰਦੇ ਦੇ ਪਿਛਲੀਆਂ ਗੱਲਾਂ ਆ। ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਤੁਸੀਂ ਕੁੱਲ ਸੰਸਾਰ ਨੇ ਇੱਕ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਉੱਤੇ ਸਟੈਂਪ ਲਾ ਕੇ ਬਹੁਤ ਜ਼ਿਆਦਾ ਵੱਡੀ ਗਲਤੀ ਕੀਤੀ ਹੈ। ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ। ਬ੍ਰਦਰ, ਅਸੀਂ ਇਹਨਾਂ ਕੰਟਰੀਆਂ 'ਚ ਬੈਠੇ ਹਾਂ, ਜੇ ਸਾਡੇ ਬੱਚਿਆਂ ਨੂੰ ਇੱਥੇ ਦੇ ਗੋਰਿਆਂ ਦੇ ਬੱਚਿਆਂ ਨੇ ਉਹ ਵੀਡੀਓ ਦਿਖਾ ਕੇ ਪੁੱਛਿਆ ਵੀ ਆਹ ਤੁਸੀਂ ਕੀ ਕਰ ਰਹੇ ਆ, ਸਾਡੇ ਬੱਚੇ ਉੱਥੇ ਜਾਂ ਤਾਂ ਬਹੁਤ ਕ੍ਰਿਮੀਨਲ ਮਾਈਂਡਡ ਹੋਣਗੇ, ਉਹ ਕਹਿਣਗੇ ਜਿੱਦਾਂ ਇੱਕ ਉਹ ਗੀਤ ਆਇਆ ਸੀ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਅਸੀਂ ਉਸ ਪਿੰਡ ਨੂੰ ਬਿਲੋਂਗ ਕਰਦੇ, ਜਾਂ ਤਾਂ ਇਹੋ ਜਿਹਾ ਹੋਣਗੇ ਵੀ ਅਸੀਂ ਬੰਦਾ ਮਾਰ ਦਿੱਤਾ ਸਾਨੂੰ ਕਸੂਰ ਦਾ ਵੀ ਨਹੀਂ ਸੀ ਪਤਾ, ਜਾਂ ਭਾਈ ਉਹ ਕਹਿਣਗੇ ਇਹ ਸਾਡੇ ਲੋਕ ਨਹੀਂ ਹੈਗੇ, ਇਹ ਸਿੱਖ ਨਹੀਂ ਹੈਗੇ, ਜਾਂ ਉਹ ਆਪ ਖੁਦ ਵੀ ਸਿੱਖੀ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਨਗੇ। ਸੋ ਇਹ ਬਹੁਤ ਵੱਡੇ ਦਿਖਾਂਤ ਦੀ ਗੱਲ ਆ। ਇਹ ਸਾਡਿਆਂ ਬੁੱਧੀਜੀਵੀਆਂ ਨੂੰ, ਸਾਡਿਆਂ ਲੀਡਰਾਂ ਨੂੰ ਸੋਚਣਾ ਚਾਹੀਦਾ। ਇਸ ਇੱਕੋ ਬਹਿਣ ਦੇ ਵਿੱਚ ਨਹੀਂ ਬਹਿ ਜਾਣਾ ਚਾਹੀਦਾ ਵੀ ਅਸੀਂ ਦੇਖੋ ਬੇਅਦਬੀ ਦਾ ਬਦਲਾ ਲੈ ਲਿਆ। ਜਿਹਨੇ ਕੀਤੀ ਬੇਅਦਬੀ ਉਹਨੂੰ ਸਜ਼ਾ ਦਿਵਾਓ, ਇਕੱਠੇ ਹੋ ਕੇ ਸਜ਼ਾਵਾਂ ਮਿਲਦੀਆਂ। ਆ ਹੁਣ ਦੇਖੋ ਕਿੰਨਾ ਵੱਡਾ ਸਾਧ ਸੀ ਸਰਸੇ ਵਾਲਾ, ਉਹਨੂੰ ਸਜ਼ਾ ਮਿਲੀ ਨਹੀਂ, ਟਾਈਮ ਲੱਗਿਆ ਪਰ ਸਜ਼ਾ ਤਾਂ ਮਿਲਦੀ ਹੈ ਨਾ। ਤੁਸੀਂ ਇਕੱਠੇ ਤਾਂ ਹੋਵੋ, ਤੁਸੀਂ ਲੱਤਾਂ ਤਾਂ ਇੱਕ ਦੂਜੇ ਦੀਆਂ ਨਵਰੀਤ ਖਿੱਚਣ ਲੱਗ ਪੈਂਦੇ ਆ। ਅੱਜ ਕੀ ਹੋ ਰਿਹਾ, ਮੋਰਚੇ ਦੀਆਂ ਲੱਤਾਂ ਕਿਉਂ ਖਿੱਚੀਆਂ ਜਾ ਰਹੀਆਂ? ਕਿਉਂਕਿ ਇਹਨਾਂ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਵੀ ਲੋਕੀ ਟੁੱਟ ਜਾਣਗੇ, ਕਾਮਰੇਡਾਂ ਦਾ ਮੋਰਚਾ, ਕਾਮਰੇਡਾਂ ਦਾ ਮੋਰਚਾ, ਆਪਣੇ ਮੂੰਹੋਂ ਕਹਿ ਕੇ ਕਾਮਰੇਡਾਂ ਦਾ ਮੋਰਚਾ ਬਣਾਤਾ। ਅੱਜ ਇਹਨਾਂ ਨੂੰ ਇਹ ਬਿਪਤਾ ਪਈ ਹੋਆ ਵੀ ਕਿਤੇ ਕਾਮਰੇਡ ਜਿੱਤ ਨਾ ਜਾਣ। ਹਾਲਾਂਕਿ ਮੈਂ ਫੇਰ ਤੁਹਾਨੂੰ ਕਹਿੰਦਾ ਮੋਰਚਾ ਸਾਂਝਾ, ਕੱਲਿਆਂ ਕਾਮਰੇਡਾਂ ਦਾ ਨਹੀਂ, ਸਾਰੀਆਂ ਜਥੇਬੰਦੀਆਂ ਉੱਥੇ, ਪਰ ਜਿਨ੍ਹਾਂ ਨੇ ਮੂੰਹੋਂ ਕਹਿ ਕੇ ਬਣਾਏ ਆ ਉਹਨਾਂ ਦਾ ਤਾਂ ਉਹ ਹਾਲ ਹੈ। ਆਪਣਾ ਜਿੰਨਾ ਮਰਜ਼ੀ ਨੁਕਸਾਨ ਹੋ ਰਿਹਾ, ਚਾਹੇ ਇਹਨਾਂ ਦੀਆਂ ਜ਼ਮੀਨਾਂ ਵੀ ਜਾਂਦੀਆਂ ਲੱਗਣ, ਸਾਡੀ ਇਹ ਕਿ ਫਿਤਰਤ ਆ ਵੀ ਅਸੀਂ ਜੇ ਮੂੰਹ ਚੋਂ ਗੱਲ ਕੱਢ ਦਿੱਤੀ ਆ ਤਾਂ ਹੁਣ ਇਹ ਆ ਵੀ ਉਹ ਬੰਦੇ ਨਾ ਜਿੱਤ ਜਾਣ। ਜਦੋਂ ਕਿਤੇ ਮੋਰਚਾ ਖਿੜਨ ਲੱਗਦਾ ਇਹਨਾਂ ਨੂੰ ਚਾਅ ਚੜ ਜਾਂਦੇ ਆ। ਮੈਂ ਇੱਥੇ ਸਾਡੇ ਬੈਠੇ ਪੱਤਰਕਾਰ ਕੈਲੀਫੋਰਨੀਆ ਦੇ ਵਿੱਚ ਵੀ ਬੈਠੇ ਆ, ਅਮਰੀਕਾ ਕੈਨੇਡਾ ਦੇ ਵਿੱਚ ਵੀ ਬੈਠੇ ਆ,
ਕਿਸੇ ਦਾ ਆਪਾਂ ਨਾਂ ਨਹੀਂ ਲੈਣਾ, ਕਿਉਂਕਿ ਜੇ ਕੋਈ ਨਾਂ ਲੈਣ ਤੋਂ ਰਹਿ ਗਿਆ ਉਹਨੇ ਗੁੱਸਾ ਕਰਨਾ, ਮੇਰਾ ਨਾਂ ਕਾਹਤੇ ਨਹੀਂ ਲਿਆ, ਮੈਂ ਵੀ ਪ੍ਰਮੋਟ ਹੋਣਾ ਸੀਗਾ। ਸੋ ਇਹ ਕੰਮ ਨਹੀਂ ਆਪਾਂ ਕਰਨਾ। ਤੁਹਾਨੂੰ ਆਪ ਪਤਾ, ਤੁਸੀਂ ਆਈਡੀਆ ਚੈੱਕ ਕਰ ਲਓ, ਮੋਰਚੇ ਨੂੰ ਅੱਗ ਲਾਉਣੇ ਵਾਲੇ ਕੌਣ ਹੈ। ਅਸੀਂ ਬੜੀ ਇੱਜ਼ਤ ਕਰਦੇ ਸੀ ਬਹੁਤ ਬੰਦਿਆਂ ਦੀ, ਪਰ ਅੱਜ ਅਸੀਂ ਇਹ ਸੋਚ ਲਿਆ ਵੀ ਜਿਹੜਾ ਬੰਦਾ ਮੋਰਚੇ ਦੇ ਖਿਲਾਫ ਹੈ। ਨਿਕਲੂਗੀ ਬਾਈ, ਜਿਹੜੇ ਮਤਲਬ ਬਾਹਰ ਤੁਸੀਂ ਜਿਹੜਿਆਂ ਦੀ ਗੱਲ ਕਰ ਰਹੇ ਹੋ ਲੋਕ, ਅਸੀਂ ਵੀ ਦੇਖਦੇ ਹਾਂ ਆਈਡੀਆਂ ਦੇ ਉੱਤੇ ਵਾਹਵਾ ਉਹ ਕੋਸ਼ਿਸ਼ ਕਰ ਰਹੇ ਆ ਕਿ ਭੜਕੇ ਮਾਹੌਲ ਮਿਲੂ, ਕੀ ਹਾਸਲ ਕੀ ਹੋਊਗਾ ਇਹਦਾ। ਇਹ ਦੇਖੋ ਸਾਡੀ ਇੱਕ ਫਿਤਰਤ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਕੋਈ ਬੰਦਾ ਬਾਹਰੋਂ ਥੱਕਿਆ ਆਇਆ, ਗਰਮੀ ਵੀ ਬੜੀ ਸੀ, ਥੱਕੇ ਉਹਨੇ ਆ ਕੇ ਘਰ ਵਾਲੀ ਨੂੰ ਕਿਹਾ ਮੈਨੂੰ ਲੱਸੀ ਦੇ ਪੀਣ ਨੂੰ। ਉਹਨੇ ਜਿੰਨੀ ਕੁ ਲੱਸੀ ਸੀ ਗੜਵੇ ਦੇ ਵਿੱਚ ਪਾ ਕੇ ਦੇਤੀ, ਕਹਿੰਦੀ ਆ ਆਪਣੇ ਕੋਲ ਹੈਗੀ ਆ ਲੈ ਪੀ ਲਾ। ਉੱਧਰ ਠੰਡੇ ਥਾਂ ਰੇਤੇ ਦੇ ਉੱਤੇ ਦਰਵੇਸ਼ ਬੈਠਾ ਸੀ। ਉਹ ਮੂਰਖ ਦੇ ਪਤਾ ਨਹੀਂ ਕੀ ਮਨ ਦੇ ਵਿੱਚ ਆਈ, ਉਹਨੇ ਭਰਿਆ ਹੈ ਨਾ ਲੱਸੀ ਦਾ ਕਟੋਰਾ, ਘੁਮਾ ਕੇ ਉਹਦੇ ਸਿਰ ਦੇ ਵਿੱਚ ਮਾਰਿਆ, ਲੱਸੀ ਵੀ ਸਾਰੀ ਡੁੱਲ ਗਈ। ਉਹ ਘਰ ਵਾਲੀ ਪੁੱਛਦੀ ਆ ਵੀ ਲੱਸੀ ਵੀ ਡੋਲ ਦਿੱਤੀ। ਉਹ ਬੈਠਾ ਸੀ ਠੰਡੀ ਛਾਵੇਂ ਦਰਵੇਸ਼, ਤੈਨੂੰ ਕੀ ਮਿਲਿਆ? ਕਹਿੰਦਾ ਬਾਕੀ ਛੱਡ ਤੂੰ, ਕੁੱਤੇ ਦੀਆਂ ਚੀਕਾਂ ਪੈਂਦੀਆਂ ਦੇਖ। ਸੋ ਇਹ ਜਿਹੜੇ ਲੋਕ ਆ ਨਾ, ਇਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਦੇਖੋ ਕਿੱਦਾਂ ਚੀਕਾਂ ਪਵਾ ਦਿੱਤੀਆਂ, ਖਰਾਬ ਕਰ ਦਿੱਤਾ ਚੱਲਦਾ ਚੱਲਦਾ ਕੰਮ। ਸਿਰਫ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਆ, ਹੋਰ ਇਹ ਤੋਂ ਗਾਹਾਂ ਵਾਲੀ ਇਹਨਾਂ ਦੀ ਮਾਨਸਿਕਤਾ ਕੁਝ ਨਹੀਂ ਹੈਗੀ। ਇਹ ਉਹ ਲੋਕ ਆ ਜਿਹੜੇ ਪਹਿਲਾਂ ਨਾਲ ਤੁਰੇ ਨਹੀਂ, ਅੱਜ ਇਹਨਾਂ ਨੂੰ ਇਹ ਆ ਵੀ ਜਿਹੜੇ ਲੋਕ ਤੁਰੇ ਆ ਉਹ ਕਿਤੇ ਜਿੱਤ ਕੇ ਨਾ ਮੁੜਨ। ਇਹ ਦੁੱਖ ਹੀ ਆ ਭਾਈ। ਇਹਨਾਂ ਦਾ ਜਿਹੜਾ ਨਾਂ ਆ ਉਹ ਇਤਿਹਾਸ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਨਹੀਂ ਲਿਖਿਆ ਜਾਣਾ। ਇਸ ਚੀਜ਼ ਨੂੰ ਅੱਜ ਵੀ ਵਿਚਾਰ ਲੈਣ ਮੇਰੇ ਵੀਰ, ਜਿਹੜੇ ਜਾਣ ਕੇ ਮੋਰਚੇ ਨੂੰ ਖਰਾਬ ਕਰਦੇ ਆ, ਉਹਨਾਂ ਨੂੰ ਮੋਰਚੇ ਦਾ ਸਾਥ ਦੇਣਾ ਚਾਹੀਦਾ। ਔਰ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਕਹਿੰਦਾ ਵੀ ਸਾਰਿਆਂ ਨੂੰ ਹੀ ਮੋਰਚੇ ਦਾ ਸਾਥ ਦੇਣਾ ਚਾਹੀਦਾ। ਇਹੋ ਜਿਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਸਗੋਂ ਹੋਰ ਵੀ ਤੁਸੀਂ ਜਾ ਕੇ ਨਾਲ ਖੜੇ ਹੋਵੋ। ਇਹ ਜਿਹੜੀਆਂ ਤਾਕਤਾਂ ਆ ਜਾਂ ਗੌਰਮੈਂਟ ਆ, ਇਹ ਜਿਹੜੇ ਹੱਥ ਕੰਡੇ ਵਰਤ ਰਹੀ ਆ, ਅੱਜ ਬਹੁਤ ਜ਼ਿਆਦਾ ਤੁਹਾਨੂੰ ਚੇਤਨ ਹੋਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਬਾਈ ਜੀ ਗੱਲਬਾਤ ਕਰਨ ਲਈ, ਧੰਨਵਾਦ ਜੀ ਤੁਹਾਡਾ।